ਸਟਾਰਟ। ਨਵਾਂ ਵਿੱਤੀ ਸਾਲ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਨਵੇਂ ਵਿੱਤੀ ਸਾਲ ਵਿੱਚ ਬਹੁਤ ਸਾਰੇ ਨਿਯਮ ਬਦਲੇ ਜਾਂਦੇ ਹਨ, ਜਿਸ ਦੀ ਤਬਦੀਲੀ ਤੁਹਾਡੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ। ਟੈਕਸ ਤੋਂ ਲੈ ਕੇ ਬੈਂਕਾਂ ਦੇ ਰਲੇਵੇਂ ਤੱਕ ਹਰ ਚੀਜ਼ ਵਿੱਚ ਇੱਕ ਵੱਡਾ ਬਦਲਾਅ ਹੋ ਸਕਦਾ ਹੈ, ਜਿਸ ਦਾ ਸਿੱਧਾ ਅਸਰ ਆਮ ਆਦਮੀ 'ਤੇ ਪਵੇਗਾ। 5 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਕਰਦਾਤਿਆਂ ਨੂੰ ਹੁਣ ਕਿਸੇ ਤਰ੍ਹਾਂ ਦੇ ਟੈਕਸ ਦਾ ਭੁਗਤਾਨ ਨਹੀਂ ਕਰਨਾ ਪਵੇਗਾ। ਪੁਰਾਣੀ ਵਿਵਸਥਾ ਵਿੱਚ ਇਹ ਰਕਮ 2.5 ਲੱਖ ਰੁਪਏ ਸੀ। 5 ਤੋਂ 7.5 ਲੱਖ ਰੁਪਏ ਦੀ ਸਾਲਾਨਾ ਆਮਦਨ 'ਤੇ 10% ਟੈਕਸ ਦਾ ਭੁਗਤਾਨ ਕਰਨਾ ਪਵੇਗਾ। 7.5 ਲੱਖ ਰੁਪਏ ਤੋਂ 10 ਲੱਖ ਰੁਪਏ ਦੀ ਕਮਾਈ 'ਤੇ 15% ਟੈਕਸ ਦਾ ਭੁਗਤਾਨ ਕਰਨਾ ਪਵੇਗਾ। ਪੁਰਾਣੀ ਵਿਵਸਥਾ ਵਿੱਚ ਟੈਕਸ ਦੀ ਦਰ 20% ਸੀ। 10 ਲੱਖ ਰੁਪਏ ਤੋਂ 12.5 ਲੱਖ ਰੁਪਏ ਦੀ ਸਾਲਾਨਾ ਆਮਦਨ 'ਤੇ ਨਵੀਂ ਟੈਕਸ ਵਿਵਸਥਾ ਵਿੱਚ 20% ਭੁਗਤਾਨ ਕਰਨਾ ਪਵੇਗਾ, ਜੋ ਪਹਿਲਾਂ 30% ਸੀ। 12.5 ਤੋਂ 15 ਲੱਖ ਰੁਪਏ ਦੀ ਸਾਲਾਨਾ ਆਮਦਨ 'ਤੇ ਹੁਣ 25% ਟੈਕਸ ਦਾ ਭੁਗਤਾਨ ਕਰਨਾ ਪਵੇਗਾ। 15 ਲੱਖ ਰੁਪਏ ਤੋਂ ਜ਼ਿਆਦਾ ਦੀ ਕਮਾਈ 'ਤੇ 30% ਟੈਕਸ ਦਾ ਭੁਗਤਾਨ ਕਰਨਾ ਪਵੇਗਾ। TDS ਕੇਂਦਰ ਸਰਕਾਰ ITR ਦਾਇਰ ਕਰਨ ਨੂੰ ਉਤਸ਼ਾਹਿਤ ਕਰ ਰਹੀ ਹੈ। ਬ੍ਰੇਕ। ਰੈਡੀ। ਪੈਰਾ। ਸਟਾਰਟ। ਸਰਕਾਰ ਨੇ ਨਵਾਂ ਨਿਯਮ ਬਣਾਇਆ ਹੈ ਕਿ ਜੋ ਲੋਕ ITR ਦਰਜ ਨਹੀਂ ਕਰਦੇ, ਉਨ੍ਹਾਂ ਨੂੰ ਦੋਹਰਾ TDS ਅਦਾ ਕਰਨਾ ਪੈਂਦਾ ਹੈ। ਸਰਕਾਰ ਨੇ ਇਨਕਮ ਟੈਕਸ ਐਕਟ ਵਿੱਚ ਧਾਰਾ 206(a)(b) ਸ਼ਾਮਲ ਕੀਤੀ ਹੈ। ਇਸ ਧਾਰਾ ਅਨੁਸਾਰ ਜੇ ਤੁਸੀਂ ਹੁਣ ITR ਦਾਇਰ ਨਹੀਂ ਕਰਦੇ ਤਾਂ ਤੁਹਾਨੂੰ 1 ਅਪ੍ਰੈਲ 2022 ਤੋਂ ਦੋਹਰਾ TDS ਅਦਾ ਕਰਨਾ ਪਏਗਾ। ਨਵੇਂ ਨਿਯਮਾਂ ਅਨੁਸਾਰ ਪੈਨਲ TDS ਤੇ TCL ਦੀਆਂ ਦਰਾਂ 10-20% ਰਹਿਣਗੀਆਂ, ਜੋ ਆਮ ਤੌਰ 'ਤੇ 5-10% ਹੁੰਦੀਆਂ ਹਨ। ITR ਦਾਇਰ ਨਾ ਕਰਨ ਵਾਲਿਆਂ ਲਈ TDS ਅਤੇ TCS ਦੀ ਦਰ 5% ਜਾਂ ਨਿਰਧਾਰਤ ਦਰ ਜੋ ਵੀ ਵੱਧ ਹੋਵੇ ਉਸ ਨਾਲੋਂ ਦੁੱਗਣੀ ਹੋ ਜਾਵੇਗੀ।
ਨਵੀਂ ਟੈਕਸ ਵਿਵਸਥਾ ਦੀ ਚੋਣ ਕਰਨ ਦਾ ਵਿਕਲਪ ਬਜਟ 2020-21-22 ਵਿੱਚ ਸਰਕਾਰ ਨੇ ਵਿਕਲਪਕ ਰੇਟਾਂ ਅਤੇ ਸਲੈਬਾਂ ਦੇ ਨਾਲ ਇੱਕ ਨਵਾਂ ਇਨਕਮ ਟੈਕਸ ਸ਼ਾਸਨ ਪੇਸ਼ ਕੀਤਾ ਜੋ ਕਿ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਨਵੇਂ ਵਿੱਤੀ ਵਰ੍ਹੇ ਤੋਂ ਲਾਗੂ ਹੋ ਜਾਵੇਗਾ। ਡੰਡੀ ਨਵੀਂ ਟੈਕਸ ਪ੍ਰਣਾਲੀ ਵਿੱਚ ਕਿਸੇ ਤਰ੍ਹਾਂ ਦੀ ਛੋਟ ਤੇ ਕਟੌਤੀ ਦਾ ਕੋਈ ਲਾਭ ਨਹੀਂ ਹੋਏਗਾ। ਹਾਲਾਂਕਿ ਨਵੀਂ ਟੈਕਸ ਪ੍ਰਣਾਲੀ ਵਿਕਲਪਿਕ ਹੈ, ਯਾਨੀ ਜੇਕਰ ਟੈਕਸਦਾਤਾ ਚਾਹੁੰਦਾ ਹੈ ਤਾਂ ਉਹ ਪੁਰਾਣੇ ਟੈਕਸ ਸਲੈਬ ਅਨੁਸਾਰ ਆਮਦਨ ਟੈਕਸ ਅਦਾ ਕਰ ਸਕਦਾ ਹੈ। ਡੰਡੀ ਸਟਾਪ।